ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਆਪਾਂ ਆਪਣੀ 8ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਪਾਠ 11 ਪੰਜਾਬੀ ਲੋਕ ਨਾਚ ਗਿੱਧਾ ਬਾਰੇ ਗੱਲ ਕਰਾਂਗੇ। ਬੇਟਾ, ਤੁਹਾਨੂੰ ਗਿੱਧੇ ਬਾਰੇ ਬਹੁਤਾ ਕੁਝ ਸਮਝਾਉਣ ਦੀ ਲੋੜ ਨਹੀਂ। ਤੁਹਾਨੂੰ ਬਹੁਤ ਕੁਝ ਇਸ ਲੋਕ ਨਾਚ ਬਾਰੇ ਪਤਾ ਹੈ, ਪਰ ਫਿਰ ਵੀ ਆਪਾਂ ਜਿਹੜੀਆਂ ਜ਼ਰੂਰੀ ਗੱਲਾਂ ਇਸ ਪਾਠ ਦੇ ਅਨੁਸਾਰ ਸਾਨੂੰ ਸਮਝਣੀਆਂ ਚਾਹੀਦੀਆਂ ਨੇ, ਉਹਨਾਂ ਬਾਰੇ ਗੱਲ ਕਰਾਂਗੇ। ਕੋਈ ਵੀ ਨਾਚ ਹੈ ਜਿਹੜਾ ਉਹ ਉਦੋਂ ਜਨਮ ਲੈਂਦਾ ਹੈ ਜਦੋਂ ਮਨੁੱਖ ਦੇ ਮਨ ਦੇ ਵਿੱਚ ਖੁਸ਼ੀ ਹੋਵੇ। ਮਨੁੱਖ ਆਪਣੀ ਖੁਸ਼ੀ ਦਾ ਪ੍ਰਗਟਾਵਾ ਜਦੋਂ ਸਰੀਰਕ ਹਰਕਤਾਂ ਰਾਹੀਂ ਕਰਦਾ ਹੈ, ਉਹਦੀ ਖੁਸ਼ੀ ਦੇ ਵਿੱਚ ਦੂਸਰੇ ਉਹਦੇ ਨਾਲ ਦੇ ਸਾਥੀ ਵੀ ਸ਼ਾਮਿਲ ਹੁੰਦੇ ਜਾਂਦੇ ਹੈ, ਤਾਂ ਉਹ ਸਮੂਹਿਕ ਰੂਪ ਧਾਰ ਲੈਂਦਾ ਹੈ। ਤਾਂ ਉਹਨੂੰ ਜਦੋਂ ਉਹ ਸਮੂਹਿਕ ਰੂਪ ਧਾਰ ਲੈਂਦਾ ਹੈ ਤਾਂ ਉਸਨੂੰ ਲੋਕ ਨਾਚ ਆਖਿਆ ਜਾਂਦਾ ਹੈ। ਤਾਂ ਗਿੱਧਾ ਵੀ ਇਸੇ ਤਰ੍ਹਾਂ ਹੈ। ਖੁਸ਼ੀ ਦੇ ਵਿੱਚ ਔਰਤਾਂ ਨੇ ਜਿਹੜੀਆਂ ਉਹ ਸਰੀਰਕ ਹਰਕਤਾਂ ਰਾਹੀਂ ਪ੍ਰਗਟਾਵਾ ਕਰਦੀਆਂ, ਦੂਸਰੀਆਂ ਔਰਤਾਂ ਉਹਦਾ ਸਾਥ ਦਿੰਦੀਆਂ ਨੇ, ਤਾਂ ਉਹ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ। ਤਾਂ ਗਿੱਧਾ ਹੈ ਜਿਹੜਾ ਉਹ ਸਾਡੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਲੋਕ ਨਾਚ ਨੇ, ਜਿਵੇਂ ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ। ਤਾਂ ਇਹ ਗਿੱਧਾ ਹੈ ਜਿਹੜਾ ਉਹ ਕਦੋਂ ਪਾਇਆ ਜਾਂਦਾ? ਮੁੱਖ ਤੌਰ ਤੇ ਜਦੋਂ ਵਿਆਹ ਦੀ ਰਸਮ ਹੁੰਦੀ ਹੈ ਤਾਂ ਉਦੋਂ ਔਰਤਾਂ ਇਕੱਠੀਆਂ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਗਿੱਧੇ ਰਾਹੀਂ ਕਰਦੀਆਂ ਨੇ। ਤਾਂ ਇਸ ਤੋਂ ਇਲਾਵਾ ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਹੁੰਦਾ, ਉਦੋਂ ਵੀ ਔਰਤਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ। ਗਿੱਧਾ ਹੈ ਜਿਹੜਾ ਸਰੀਰਕ ਹਰਕਤਾਂ ਦੇ ਨਾਲ ਨਾਲ ਮਨ ਦੇ ਹਾਵ ਭਾਵ ਦਾ ਵੀ ਪ੍ਰਗਟਾਵਾ ਕਰਦਾ, ਕਿਉਂਕਿ ਇਸ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਨੇ। ਜਦੋਂ ਔਰਤਾਂ ਬੋਲੀਆਂ ਪਾਉਂਦੀਆਂ ਤਾਂ ਉਹ ਆਪਦੀਆਂ ਮਨ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਦਾ ਪ੍ਰਗਟਾਵਾ ਕਰਦੀਆਂ ਨੇ। ਗਿੱਧਾ ਪਾਉਣ ਲਈ ਇੱਕ ਗੋਲ ਦਾਇਰਾ ਬਣਾਇਆ ਜਾਂਦਾ ਹੈ। ਔਰਤਾਂ ਜਿਹੜੀਆਂ ਉਹ ਗੋਲ ਦਾਇਰੇ ਦੇ ਵਿੱਚ ਖੜੀਆਂ ਹੁੰਦੀਆਂ ਨੇ, ਤਾਂ ਉਹਨਾਂ ਵਿੱਚੋਂ ਇੱਕ ਔਰਤ ਜਾਂ ਇੱਕ ਕੁੜੀ ਵਿਚਕਾਰ ਆ ਕੇ ਗੋਲ ਦਾਇਰੇ ਦੇ ਵਿੱਚ ਘੁੰਮਦੀ ਹੋਈ ਬੋਲੀ ਪਾਉਂਦੀ ਹੈ। ਜਦੋਂ ਉਸ ਦੀ ਬੋਲੀ ਦਾ ਆਖਰੀ ਟੱਪਾ ਹੁੰਦਾ ਹੈ ਤਾਂ ਗੋਲ ਦਾਇਰੇ ਵਿੱਚ ਖੜੀਆਂ ਸਾਰੀਆਂ ਔਰਤਾਂ ਨੇ ਜਿਹੜੀਆਂ ਉਸ ਟੱਪੇ ਨੂੰ ਦੁਹਰਾਉਂਦੀਆਂ ਨੇ, ਤਾਂ ਦੋ ਕੁੜੀਆਂ ਆ ਕੇ ਫਿਰ ਉਸ ਗੋਲ ਦਾਇਰੇ ਦੇ ਵਿੱਚ ਨੱਚਣਾ ਸ਼ੁਰੂ ਕਰ ਦਿੰਦੀਆਂ ਨੇ। ਤਾਂ ਜਿੰਨੀ ਦੇਰ ਉਹ ਨੱਚਦੀਆਂ ਰਹਿੰਦੀਆਂ ਨੇ ਉਨੀ ਦੇਰ ਉਹ ਟੱਪਾ ਹੈ ਜਿਹੜਾ ਉਹ ਗੋਲ ਦਾਇਰੇ ਵਿੱਚ ਖੜੀਆਂ ਔਰਤਾਂ ਦੁਆਰਾ ਦੁਹਰਾਇਆ ਜਾਂਦਾ। ਗਿੱਧਾ ਪਾਉਣ ਸਮੇਂ ਔਰਤਾਂ ਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਜਾਂ ਕੋਈ ਕੋਲ ਬੈਠੀ ਔਰਤ ਢੋਲਕੀ ਵਜਾਉਂਦੀ ਹੈ, ਉਹਦੇ ਨਾਲ ਸੋਹਣਾ ਸੁਰ ਤਾਲ ਹੈ ਜਿਹੜਾ ਉਹ ਜੰਮਦਾ ਤੇ ਗਿੱਧਾ ਹੈ ਜਿਹੜਾ ਉਹ ਆਪਣੇ ਸਿਖਰ ਤੱਕ ਪਹੁੰਚਦਾ। ਬੋਲੀ ਹੈ ਜਿਹੜੀ ਉਹ ਚੁੱਕੀ ਜਾਂਦੀ ਹੈ, ਫਿਰ ਨਵੀਂ ਬੋਲੀ ਪਾਈ ਜਾਂਦੀ ਹੈ। ਤਾਂ ਇਸ ਤਰ੍ਹਾਂ ਬਾਰ-ਬਾਰ ਬੋਲੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ, ਔਰਤਾਂ ਨੱਚਦੀਆਂ ਤੇ ਗਿੱਧਾ ਹੈ ਜਿਹੜਾ ਉਹ ਮਘਦਾ ਰਹਿੰਦਾ। ਗਿੱਧਾ ਸਿਰਫ ਔਰਤਾਂ ਹੀ ਨਹੀਂ ਪਾਉਂਦੀਆਂ, ਇਹ ਗੱਭਰੂ ਵੀ ਪਾਉਂਦੇ ਆ। ਪਰ ਇਹਨਾਂ ਵਿੱਚ ਫਰਕ ਇਹ ਹੈ ਕਿ ਮਰਦਾਂ ਦਾ ਗਿੱਧਾ ਹੈ ਜਿਹੜਾ ਉਸ ਦੇ ਵਿੱਚ ਨੱਚਣ ਤੇ ਘੱਟ ਜ਼ੋਰ ਦਿੱਤਾ ਜਾਂਦਾ, ਸਗੋਂ ਉਹਨਾਂ ਦਾ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਬੋਲੀਆਂ ਤੇ ਹੁੰਦਾ। ਗਿੱਧੇ ਵਿੱਚ ਆਮ ਤੌਰ ਤੇ ਮੁਟਿਆਰਾਂ ਪਹਿਲਾਂ ਦੇਵੀ ਦੇਵਤੇ ਨੂੰ ਧਿਆਉਂਦੀਆਂ ਨੇ, ਦੇਵੀ ਦੇਵਤਿਆਂ ਨਾਲ ਸੰਬੰਧਿਤ ਬੋਲੀਆਂ ਪਾਉਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਦੀਆਂ ਬੋਲੀਆਂ ਦੇ ਵਿਸ਼ੇ ਬਹੁਤ ਸਾਰੇ ਹੁੰਦੇ ਨੇ। ਪਿੰਡ ਦੇ ਪਿੱਪਲਾਂ ਬਰੋਟਿਆਂ ਨੂੰ ਵੀ ਉਹ ਬੋਲੀਆਂ ਦੇ ਵਿੱਚ ਯਾਦ ਕਰਦੀਆਂ। ਬੋਲੀਆਂ ਦੇ ਵਿੱਚ ਉਹ ਆਪਣੇ ਰਿਸ਼ਤਿਆਂ ਦਾ ਵੀ ਪ੍ਰਗਟਾਵਾ ਕਰਦੀਆਂ, ਨੂੰਹ ਸੱਸ, ਦਿਓਰ ਦਰਾਣੀ, ਜੇਠ ਜਠਾਣੀ, ਭਰਾ ਭੈਣ, ਮਾਵਾਂ ਨਾਲ ਸੰਬੰਧਿਤ ਅਨੇਕਾਂ ਬੋਲੀਆਂ ਨੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ। ਇਹ ਬੋਲੀਆਂ ਬਹੁਤ ਲੰਮੀਆਂ ਵੀ ਹੁੰਦੀਆਂ, ਇੱਕ ਲੜੀਆਂ ਵੀ ਹੁੰਦੀਆਂ ਨੇ।
ਆਮ ਤੌਰ ਤੇ ਇੱਕ ਬੋਲੀ ਵਿੱਚੋਂ ਹੀ ਦੂਜੀ ਬੋਲੀ ਦਾ ਜਨਮ ਹੁੰਦਾ ਹੈ। ਲੋਹੜੀ ਦੇ ਤਿਉਹਾਰ ਵੇਲੇ ਵੀ ਗਿੱਧਾ ਪਾਇਆ ਜਾਂਦਾ ਹੈ। ਉਦੋਂ ਮੁੱਖ ਤੌਰ ਤੇ ਵੀਰ ਦੇ ਮੋਹ ਦਾ ਪ੍ਰਗਟਾਵਾ ਹੈ ਜਿਹੜਾ ਉਹ ਬੋਲੀਆਂ ਦੇ ਵਿੱਚ ਕੀਤਾ ਜਾਂਦਾ। ਸਾਂਗ ਤਮਾਸ਼ੇ ਇਹ ਵੀ ਗਿੱਧੇ ਦਾ ਸ਼ਿੰਗਾਰ ਬਣਦੇ ਨੇ, ਗਿੱਧੇ ਦਾ ਹੀ ਇੱਕ ਭਾਗ ਹੁੰਦੇ ਨੇ। ਤਾਂ ਇਸ ਤਰ੍ਹਾਂ ਨਾਲ ਵੱਖੋ ਵੱਖਰੇ ਵਿਸ਼ੇ ਹੈ ਜਿਹੜੇ ਉਹਨਾਂ ਨੂੰ ਲੈ ਕੇ ਔਰਤਾਂ ਆਪਣੇ ਮਨ ਦੇ ਜਿਹੜੇ ਹਾਵ ਭਾਵ ਹੈ ਉਸ ਨੂੰ ਬੋਲੀਆਂ ਰਾਹੀਂ ਪ੍ਰਗਟਾਉਂਦੀਆਂ ਨੇ ਤੇ ਗਿੱਧਾ ਪਾ ਕੇ ਆਪਣਾ ਮਨੋਰੰਜਨ ਕਰਦੀਆਂ ਨੇ। ਪਰ ਹੁਣ ਮਨੋਰੰਜਨ ਦੇ ਸਾਧਨ ਹੈ ਜਿਹੜੇ ਉਹ ਬਦਲ ਰਹੇ ਹੈ, ਸਮਾਂ ਬਦਲ ਗਿਆ ਹੈ। ਲੋਕਾਂ ਕੋਲ ਅਨੇਕਾਂ ਹੋਰ ਮਨ ਪਰਚਾਵੇ ਦੇ ਸਾਧਨ ਆ ਗਏ, ਜਿਸ ਦੇ ਕਰਕੇ ਇਹ ਜਿਹੜਾ ਹੈ ਗਿੱਧਾ ਉਹ ਥੋੜਾ ਮੱਧਮ ਪੈ ਰਿਹਾ ਹੈ। ਪਰ ਅਸੀਂ ਇਹਨੂੰ ਜਿਉਂਦਾ ਰੱਖਣਾ ਹੈ। ਵਿਆਹਾਂ ਦੇ ਵਿੱਚ, ਸਾਉਣ ਮਹੀਨੇ, ਲੋਹੜੀ ਵੇਲੇ ਜਦੋਂ ਵੀ ਮਨ ਦੇ ਵਿੱਚ ਖੁਸ਼ੀ ਦੀਆਂ ਤਰੰਗਾਂ ਉੱਠਦੀਆਂ ਨੇ, ਉਦੋਂ ਗਿੱਧਾ ਹੈ ਜਿਹੜਾ ਪਾ ਕੇ ਖੁਸ਼ੀ ਮਨਾਉਣਾ ਸਾਡਾ ਪੰਜਾਬੀਆਂ ਦਾ ਸਭ ਤੋਂ ਵਧੀਆ ਮਨ ਪਰਚਾਵਾ ਅੱਜ ਤੱਕ ਮੰਨਿਆ ਗਿਆ। ਇਹ ਬੇਟਾ ਸਾਡਾ ਪਾਠ ਸੀ ਪੰਜਾਬੀ ਲੋਕ ਨਾਚ ਗਿੱਧਾ। ਗਿੱਧੇ ਤੇ ਲੇਖ ਸੀ ਸਾਡੀ ਪਾਠ ਪੁਸਤਕ ਦੇ ਵਿੱਚ ਦਰਜ। ਉਸ ਤੋਂ ਬਾਅਦ ਇਹਦਾ ਅਭਿਆਸ ਹੈ। ਅਭਿਆਸ ਦੇ ਵਿੱਚ ਦੂਜਾ ਪ੍ਰਸ਼ਨ ਹੁੰਦਾ ਹੈ ਔਖੇ ਸ਼ਬਦਾਂ ਦੇ ਅਰਥ। ਉਹ ਅਸੀਂ ਪਹਿਲਾਂ ਪੜ੍ਹਨੇ ਹੁੰਦੇ ਨੇ ਤਾਂ ਜੋ ਸਾਨੂੰ ਪਾਠ ਚੰਗੀ ਤਰ੍ਹਾਂ ਨਾਲ ਸਮਝ ਆ ਜਾਵੇ। ਉਸ ਤੋਂ ਬਾਅਦ ਪਹਿਲਾ ਪ੍ਰਸ਼ਨ ਦੇ ਕੁਝ ਭਾਗ ਨੇ। ਉਹਦਾ ਸਭ ਤੋਂ ਪਹਿਲਾ ਭਾਗ ਹੈ ਊੜਾ। ਲੋਕ ਨਾਚ ਕਿਸ ਨੂੰ ਆਖਦੇ ਹਨ? ਤਾਂ ਲੋਕ ਨਾਚ ਹੈ ਜਿਹੜਾ ਉਹ ਕੀ ਹੁੰਦਾ? ਮਨੁੱਖ ਹੈ ਜਦੋਂ ਖੁਸ਼ੀ ਦੇ ਵਿੱਚ ਸਰੀਰਕ ਹਰਕਤਾਂ ਰਾਹੀਂ ਪ੍ਰਗਟਾ ਕਰਦਾ ਹੈ, ਉਸ ਦੀ ਖੁਸ਼ੀ ਦੇ ਵਿੱਚ ਉਹਦੇ ਦੂਸਰੇ ਸਾਥੀ ਵੀ ਨਾਲ ਆ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੈ, ਉਹ ਨੱਚਣ ਲੱਗ ਜਾਂਦੇ ਹੈ, ਤਾਂ ਉਹ ਸਮੂਹਿਕ ਰੂਪ ਧਾਰ ਲੈਂਦਾ ਹੈ, ਤਾਂ ਉਸ ਨੂੰ ਲੋਕ ਨਾਚ ਆਖਿਆ ਜਾਂਦਾ ਹੈ। ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹੈ? ਪੰਜਾਬ ਦੇ ਲੋਕ ਨਾਚ ਹੈ ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ ਤੇ ਕਿੱਕਲੀ। ਗਿੱਧਾ ਕਦੋਂ ਪਾਇਆ ਜਾਂਦਾ? ਗਿੱਧਾ ਸਾਡੇ ਪੰਜਾਬ ਦੇ ਵਿੱਚ ਵਿਆਹ ਦੀ ਰਸਮ ਵੇਲੇ, ਸਾਉਣ ਮਹੀਨੇ ਤੀਆਂ ਦਾ ਤਿਉਹਾਰ ਮਨਾਉਣ ਵੇਲੇ, ਜਾਂ ਲੋਹੜੀ ਵੇਲੇ ਤੇ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਪਾਇਆ ਜਾਂਦਾ। ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ? ਮੁਟਿਆਰਾਂ ਗਿੱਧਾ ਪਾਉਣ ਦੇ ਲਈ ਇੱਕ ਗੋਲ ਦਾਇਰੇ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ। ਉਹਨਾਂ ਵਿੱਚੋਂ ਇੱਕ ਮੁਟਿਆਰ ਹੈ ਜਿਹੜੀ ਉਹ ਬੋਲੀ ਪਾਉਂਦੀ ਹੈ। ਬੋਲੀ ਪਾਉਣ ਦੇ ਨਾਲ ਉਹ ਪਿੜ ਦੇ ਵਿੱਚ ਆ ਕੇ ਨੱਚਣਾ ਸ਼ੁਰੂ ਕਰ ਦਿੰਦੀ ਹੈ। ਤਾਂ ਉਸ ਦੀ ਬੋਲੀ ਦਾ ਆਖਰੀ ਟੱਪਾ ਹੈ ਜਿਹੜਾ ਉਹ ਮੁਟਿਆਰਾਂ ਦੁਆਰਾ ਚੱਕਿਆ ਜਾਂਦਾ ਹੈ। ਤਾਂ ਇੱਕ ਹੋਰ ਮੁਟਿਆਰ ਆ ਕੇ ਉਹਦਾ ਸਾਥ ਦਿੰਦੀ ਹੈ। ਦੋ ਮੁਟਿਆਰਾਂ ਨੇ ਉਹ ਗਿੱਧੇ ਦੇ ਵਿੱਚ ਨੱਚਦੀਆਂ ਰਹਿੰਦੀਆਂ ਨੇ। ਤਾਂ ਇਹ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਬੋਲੀ ਦਾ ਟੱਪਾ ਚੱਕਿਆ ਜਾਂਦਾ ਹੈ, ਉਨੀ ਦੇਰ ਤੱਕ ਉਹ ਨੱਚਦੀਆਂ ਨੇ। ਮੁਟਿਆਰਾਂ ਦੇ ਗਿੱਧੇ ਤੇ ਮਰਦਾਂ ਦੇ ਗਿੱਧੇ ਵਿੱਚ ਕੀ ਅੰਤਰ ਹੈ? ਮੁਟਿਆਰਾਂ ਦੇ ਗਿੱਧੇ ਦੇ ਵਿੱਚ ਨਾਚ ਤੇ ਅਤੇ ਬੋਲੀਆਂ ਤੇ ਦੋਨਾਂ ਤੇ ਬਰਾਬਰ ਦਾ ਜ਼ੋਰ ਦਿੱਤਾ ਜਾਂਦਾ ਹੈ। ਪਰ ਮਰਦਾਂ ਦੇ ਗਿੱਧੇ ਦੇ ਵਿੱਚ ਨਾਚ ਇੰਨਾ ਮਹੱਤਵਪੂਰਨ ਨਹੀਂ ਹੁੰਦਾ, ਸਗੋਂ ਮਰਦਾਂ ਦਾ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਬੋਲੀਆਂ ਪਾਉਣ ਤੇ ਹੁੰਦਾ। ਤੀਸਰਾ ਪ੍ਰਸ਼ਨ ਹੈ ਵਾਕਾਂ ਵਿੱਚ ਵਰਤੋ। ਕੁਝ ਸ਼ਬਦ ਦਿੱਤੇ ਹੋਏ ਨੇ, ਉਹਨਾਂ ਦੇ ਅਸੀਂ ਵਾਕ ਬਣਾਉਣੇ ਹੈ। ਜਿਵੇਂ ਸਭ ਤੋਂ ਪਹਿਲਾ ਸ਼ਬਦ ਹੈ ਪ੍ਰਗਟਾਵਾ। ਗਿੱਧੇ ਵਿੱਚ ਔਰਤਾਂ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ। ਮਨਮੋਹਕ, ਮੈਨੂੰ ਕੁਦਰਤ ਦਾ ਇਹ ਦ੍ਰਿਸ਼ ਬਹੁਤ ਮਨਮੋਹਕ ਲੱਗਦਾ ਹੈ। ਹਾਵ ਭਾਵ, ਔਰਤਾਂ ਗਿੱਧੇ ਵਿੱਚ ਆਪਣੇ ਹਾਵ ਭਾਵ ਪ੍ਰਗਟਾਉਂਦੀਆਂ ਹਨ। ਹਰਕਤ, ਕਈ ਵਾਰ ਸਾਨੂੰ ਕਿਸੇ ਦੂਸਰੇ ਵਿਅਕਤੀ ਦੀ ਕੋਈ ਹਰਕਤ ਬਹੁਤ ਬੁਰੀ ਲੱਗਦੀ ਹੈ। ਸਾਂਗ, ਗਿੱਧੇ ਵਿੱਚ ਸਾਂਗ ਵੀ ਕੀਤੇ ਜਾਂਦੇ ਹਨ। ਵੰਨਗੀ, ਸਾਂਗ ਤਮਾਸ਼ੇ
ਗਿੱਧੇ ਦੀ ਹੀ ਇੱਕ ਵੰਨਗੀ ਹਨ। ਰੰਗ ਬੰਨਣਾ, ਵਿਆਹ ਦੇ ਵਿੱਚ ਨਾਨਕੇ ਮੇਲ ਨੇ ਰੰਗ ਬੰਨ੍ਹ ਦਿੱਤਾ। ਪਰੰਪਰਾ, ਸਾਡੇ ਪੰਜਾਬ ਵਿੱਚ ਵਿਆਹ ਸਮੇਂ ਗਿੱਧਾ ਪਾਉਣ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਆਪ ਵੀ ਵਾਕ ਬਣਾ ਸਕਦੇ ਹੋ। ਚੌਥਾ ਪ੍ਰਸ਼ਨ ਕਿਰਿਆ ਹੈ। ਕਿਰਿਆ ਬਾਰੇ ਆਪਾਂ 7ਵੀਂ ਜਮਾਤ ਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਪੜ੍ਹਿਆ ਸੀ, ਫਿਰ ਵੀ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਦੀ ਹਾਂ ਕਿ ਕਿਸੇ ਵੀ ਕੰਮ ਦਾ ਕਰਨਾ ਜਾਂ ਹੋਣਾ ਕਿਰਿਆ ਹੁੰਦੀ ਹੈ। ਜਿਹੜੇ ਸ਼ਬਦਾਂ ਰਾਹੀਂ ਅਸੀਂ ਵਾਕ ਦੇ ਵਿੱਚ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਪ੍ਰਗਟਾਉਂਦੇ ਹਾਂ, ਉਹਨਾਂ ਨੂੰ ਕਿਰਿਆ ਆਖਿਆ ਜਾਂਦਾ। ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ, ਸਕਰਮਕ ਕਿਰਿਆ ਤੇ ਅਕਰਮਕ ਕਿਰਿਆ। ਸਕਰਮਕ ਯਾਨੀ ਕਿ ਕਰਮ ਸਹਿਤ, ਜਿਨ੍ਹਾਂ ਵਾਕਾਂ ਦੇ ਵਿੱਚ ਕਰਮ ਹੋਵੇ ਉਹਨਾਂ ਵਾਕਾਂ ਦੇ ਵਿੱਚ ਸਕਰਮਕ ਕਿਰਿਆ ਹੁੰਦੀ ਹੈ। ਅਕਰਮਕ ਯਾਨੀ ਕਿ ਕਰਮ ਤੋਂ ਬਿਨਾਂ, ਜਿਨ੍ਹਾਂ ਵਾਕਾਂ ਦੇ ਵਿੱਚ ਕਰਮ ਨਾ ਹੋਵੇ ਉੱਥੇ ਅਕਰਮਕ ਕਿਰਿਆ ਹੁੰਦੀ ਹੈ। ਉਦਾਹਰਨ ਵਜੋਂ ਇੱਕ ਵਾਕ ਹੈ, ਬੱਚਾ ਖੇਡਦਾ ਹੈ ਤੇ ਬੱਚਾ ਫੁੱਟਬਾਲ ਖੇਡਦਾ ਹੈ। ਹੁਣ ਬੱਚਾ ਖੇਡਦਾ ਹੈ ਤਾਂ ਇਹ ਵਾਕ ਹੈ ਜਿਹੜਾ ਇਹ ਅਕਰਮਕ ਹੈ, ਕਿਉਂਕਿ ਇਹਦੇ ਵਿੱਚ ਕਰਮ ਨਹੀਂ। ਦੂਸਰਾ ਵਾਕ ਬੱਚਾ ਫੁੱਟਬਾਲ ਖੇਡਦਾ ਹੈ, ਇਹ ਸਕਰਮਕ ਹੈ, ਕਿਉਂਕਿ ਇਸ ਵਾਕ ਦੇ ਵਿੱਚ ਫੁੱਟਬਾਲ ਹੈ ਜਿਹੜਾ ਉਹ ਕਰਮ ਹੈ। ਤਾਂ ਇਸ ਤਰ੍ਹਾਂ ਨਾਲ ਤੁਸੀਂ ਇਹ ਕਿਰਿਆ ਵਾਲਾ ਭਾਗ ਹੈ ਜਿਹੜਾ ਉਸ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ।